ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਤੋਂ ਉਚਾਰਨ ਕਰਕੇ ਆਪਣੀ ਰਚਨਾ ਦੇ ਵਿੱਚ ਗੁੰਥੜ ਕੀਤਾ। ਸੰਸਾਰ ਨੂੰ ਸਮਝਾਉਣ ਵਾਸਤੇ ਸੰਸਾਰਕ ਪ੍ਰਮਾਣ ਲਏ। ਨਿਰੰਕਾਰ ਦੀ ਗੱਲ ਸਮਝ ਆਵੇ ਸੰਸਾਰੀਆਂ ਨੂੰ, ਉਹਦੇ ਨਾਲ ਮੁਲੰਕਨ ਕਰਕੇ ਐਗਜ਼ਾਮਪਲ ਦੇ ਕੇ ਸਾਨੂੰ ਵਾਰ-ਵਾਰ ਨਿਰੰਕਾਰ ਬਾਬਤ ਸਮਝਾਉਣਾ ਕੀਤਾ ਹੈ। ਭਾਈ ਸਾਹਿਬ ਜੀ ਦੀ ਰਚਨਾਵਲੀ ਵਿੱਚੋਂ ਚੱਲ ਰਹੀ ਲੜੀਵਾਰ ਵਿਚਾਰ ਕਵਿਤ ਸਵਾਈਆਂ ਦੀ ਅੱਜ ਸਵਾਈਏ ਦੇ ਦੁਆਰਾ ਭਾਈ ਸਾਹਿਬ ਬੜੇ ਪ੍ਰੇਮ ਸਹਿਤ ਸਾਨੂੰ ਸਮਝਾ ਰਹੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਦਾ ਵੱਡਾਪਨ, ਪਰਮਾਤਮਾ ਕਿੱਡਾ ਕੁ ਵੱਡਾ ਹੈ। ਅਤੇ ਜੇ ਅਸੀਂ ਜੀਵ ਕੁਝ ਹਉਮੈ ਕਰਕੇ ਜਾਂ ਉਹਦੀ ਉਸਤਤੀ ਕਰਕੇ ਜਾਂ ਉਹਨੂੰ ਕੁਝ ਭੇਟ ਕਰਕੇ ਜਾਂ ਕੁਝ ਬੁਲੰਦੀ ਨੂੰ ਛੋਹ ਕੇ ਜਾਂ ਅੰਦਰੋਂ ਬਾਹਰੋਂ ਕੁਝ ਮੁਰਾਤਬਾ ਪਾ ਕੇ ਕੁਝ ਉਡਾਰੀ ਮਾਰ ਕੇ ਅਸੀਂ ਪਰਮਾਤਮਾ ਦੇ ਤੁੱਲ ਨਹੀਂ ਹੋ ਸਕਦੇ, ਬੜੇ ਤੁੱਛ ਹਾਂ। ਜਾਂ ਇਉਂ ਕਹਿ ਦਈਏ ਬਈ ਅਸੀਂ ਬਹੁਤ ਕੁਝ ਜਾਣਦੇ, ਪਰਮਾਤਮਾ ਨੂੰ ਵੀ ਜਾਣਦੇ ਨਹੀਂ ਹੈ। ਉਹ ਐਗਜ਼ਾਮਪਲ ਦੇ ਦੇ ਕੇ ਭਾਈ ਸਾਹਿਬ ਅੱਜ ਸਮਝਾ ਰਹੇ ਨੇ। ਭਾਈ ਸਾਹਿਬ ਸਵਈਏ ਦੁਆਰਾ ਕਿਰਪਾ ਕਰਦੇ ਜੋ ਗਰਬੈ ਬਉ ਬੂੰਦ ਚੇਤੰਤਰ। ਭਾਈ ਗੁਰਦਾਸ ਸਾਹਿਬ ਕਹਿੰਦੇ ਮੀਂਹ ਪਿਆ ਪੈਂਦਾ ਹੋਵੇ, ਮੀਂਹ ਤੇ ਪਾਣੀ ਦੀਆਂ ਬੂੰਦਾਂ ਡਿੱਗ ਰਹੀਆਂ ਨੇ ਤੇ ਪਾਣੀ ਦੀ ਬੂੰਦ ਜਿਹੜੀ ਹੈ ਨਾ ਉਹ ਗਰਬੈ ਹੰਕਾਰ ਕਰੇ, ਮੈਂ ਬੜੀ ਉਚਾਈ ਤੋਂ ਆਈ ਹਾਂ, ਬੁਲੰਦੀ ਤੋਂ ਆਈ ਹਾਂ ਤੇ ਮੇਰੇ ਵਰਗਾ ਕੌਣ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਚਿੱਤ ਵਿੱਚ ਜੇ ਉਹ ਇੱਕ ਬੂੰਦ ਇੱਕ ਕਤਰਾ ਗਰਬ ਕਰ ਲਏ, ਹੰਕਾਰ ਕਰ ਲਏ, ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਸਨ ਮੁਖ ਸਿੰਧ ਸ਼ੋਭ ਨਹੀਂ ਪਾਵੇ। ਜਿਹੜੀ ਹੰਕਾਰ ਬੂੰਦ ਕਰਦੀ ਆਈ ਨਾ ਕਿ ਮੇਰੇ ਵਰਗਾ ਕੌਣ, ਤੇ ਸਾਹਮਣੇ ਆ ਕੇ ਸਮੁੰਦਰ ਨੂੰ ਵੇਖ ਲਿਓ ਉਸ ਬਈ ਅੱਗੇ ਸਮੁੰਦਰ ਵੀ ਹੈ ਨਾ ਪਾਣੀ, ਮੇਰੇ ਵਰਗੇ ਪਤਾ ਹੀ ਨਹੀਂ ਕਿੰਨੇ ਕੁ ਕਤਰੇ ਨੇ, ਕਿੰਨੀਆਂ ਕੁ ਬੂੰਦਾਂ ਉਤਪੰਨ ਹੋ ਸਕਦੀਆਂ, ਬਣ ਸਕਦੀਆਂ। ਭਾਈ ਸਾਹਿਬ ਕਹਿੰਦੇ ਫਿਰ ਸ਼ੋਭਾ ਨਹੀਂ ਰਹਿ ਜਾਂਦੀ ਉਹਦੀ ਸਮੁੰਦਰ ਨੂੰ ਤੱਕ ਕਰਕੇ, ਵੇਖ ਕਰਕੇ, ਕਿਉਂ ਸਮੁੰਦਰ ਵਿੱਚ ਬਹੁਤ ਕੁਝ ਹੈ। ਸਿੱਖ ਇੱਕ ਕਤਰਾ ਬਖਸ਼ਿਸ਼ ਦਾ ਪਾ ਕੇ, ਸਿਆਣਪ ਦਾ ਪਾ ਕੇ, ਵਿਚਾਰ ਦਾ ਪਾ ਕੇ, ਲਿਆਕੁਤਾ ਦਾ ਪਾ ਕੇ, ਸੂਝ-ਬੂਝ ਦਾ ਪਾ ਕੇ ਕਈ ਵਾਰ ਪ੍ਰਮਾਤਮਾ ਨੂੰ ਹੀ ਚੈਲੰਜ ਕਰਨ ਲੱਗ ਜਾਂਦਾ ਹੈ। ਮਹਾਰਾਜ ਕਹਿੰਦੇ ਨਹੀਂ ਭਲਿਆ, ਜਦੋਂ ਸੂਝ ਆਉਂਦੀ ਸਾਹਮਣੇ ਤੱਕਦਾ ਹੈ ਤਾਂ ਮਹਾਂ ਸਮੁੰਦਰ ਹੈ, ਮੇਰੇ ਕੋਲ ਤਾਂ ਕੁਝ ਵੀ ਨਹੀਂ। ਜਿਵੇਂ ਉਹ ਬੂੰਦ ਸਮੁੰਦਰ ਨੂੰ ਦੇਖ ਕੇ ਔਰ ਲੱਜਾ ਤੁਰ ਹੁੰਦੀ, ਉਹਦੀ ਸ਼ੋਭਾ ਨਹੀਂ ਰਹਿੰਦੀ। ਜਿਹੜਾ ਅੰਦਰੋਂ ਜਾਗ ਪੈਂਦਾ ਹੈ, ਜਿਹਦੇ ਮਨ ਬੁੱਧ ਰੂਪ ਨੇਤਰ ਪ੍ਰਕਾਸ਼ ਹੋ ਜਾਂਦੇ, ਜਿਹਦੇ ਦਿਵ ਨੇਤਰ ਪ੍ਰਕਾਸ਼ ਹੋ ਜਾਂਦੇ, ਜਦੋਂ ਉਹਨੂੰ ਸਾਹਮਣੇ ਗੁਰੂ ਸਮੁੰਦਰ ਨਦੀ ਸਭ ਸਿੱਖੀ, ਜਦੋਂ ਗੁਰੂ ਸਮੁੰਦਰ ਦਿਸਣ ਲੱਗ ਜਾਂਦਾ ਹੈ ਬਹੁਤ ਵੱਡਾ, ਬਹੁਤ ਵੱਡਾ, ਬਹੁਤ ਵੱਡਾ, ਪਤਾ ਹੀ ਨਹੀਂ ਕਿੰਨਾ ਕੁ ਗਿਆਨ ਜਲ, ਨਾਮ ਜਲ, ਬਖਸ਼ਿਸ਼ ਜਲ, ਬਰਕਤਾਂ ਕਿੰਨੀਆਂ ਕੁ ਨੇ। ਮੇਰੇ ਕੋਲ ਤਾਂ ਕੁਝ ਵੀ ਨਹੀਂ, ਮੈਂ ਸੁੱਕ ਸਕਦਾ ਹੈ, ਮੈਂ ਮੁੱਕ ਸਕਦਾ ਹੈ, ਮੈਂ ਟੁੱਟ ਸਕਦਾ ਹੈ, ਪਰ ਇਹ ਨਹੀਂ। ਉਦੋਂ ਉਹਦੀ ਸ਼ੋਭਾ ਨਹੀਂ ਰਹਿ ਜਾਂਦੀ, ਸਮੁੰਦਰ ਦੀ, ਸਤਿਗੁਰੂ ਦੀ ਸ਼ੋਭਾ ਹੁੰਦੀ ਹੈ। ਭਾਈ ਸਾਹਿਬ ਅਗਲਾ ਪ੍ਰਮਾਣ ਦਿੰਦੇ, ਕਹਿੰਦੇ ਜੋ ਬਹੁ ਉੱਡੈ ਖਗ ਧਾਰ ਮਹਾਬਲ। ਪੰਛੀ ਨੇ ਉਡਾਰੀ ਭਰ ਲਈ ਤੇ ਬੜੀ ਤਾਕਤ ਲਾ ਕੇ ਉੱਡਿਆ, ਮੈਂ ਬੁਲੰਦੀਆਂ ਨੂੰ ਛੋਵਾਂਗਾ, ਬੜਾ ਉੱਚਾ ਚੜਿਆ, ਬੜਾ ਉੱਚੀ ਉਡਾਰੀ ਮਾਰੀ ਤੇ ਦੁਨੀਆ ਵਿੱਚ
ਜ਼ਮੀਨ ਤੇ ਖਲੋਤੇ ਮਨੁੱਖ ਨੂੰ ਦਿਸਣਾ ਬੰਦ ਹੋ ਗਿਆ। ਤੋ ਥੱਲੇ ਵਾਲਾ ਜਿਹੜਾ ਖੜਾ ਸੀ, ਜਿਹਨੇ ਉਹ ਪੰਛੀ ਛੱਡਿਆ, ਉਹ ਵੀ ਆਖੇ ਵੀ ਬਹੁਤ ਬੁਲੰਦੀ ਨੂੰ ਛੋ ਗਿਆ ਜੀ। ਤੇ ਪੰਛੀ ਵੀ ਕਹੇ ਮੇਰੇ ਜਿੰਨਾ ਕੌਣ ਉੱਚਾ ਚੱਲ ਜਾਏਗਾ। ਤੇ ਭਾਈ ਸਾਹਿਬ ਕਹਿੰਦੇ ਉਹਨੇ ਬਲ ਤਾਕਤ ਤਾਂ ਬੜੀ ਲਾਈ, ਬੜਾ ਉਚਾਈ ਨੂੰ ਛੋਇਆ ਕਿ ਬੜੀ ਮੈਂ ਡਾਰੀ ਮਾਰ ਲਵਾਂ, ਮੇਰੇ ਜਿੰਨਾ ਕੌਣ ਉੱਚਾ ਉੱਡੇਗਾ। ਭਾਈ ਸਾਹਿਬ ਕਹਿੰਦੇ ਪੇਖ ਆਕਾਸ਼ ਸੂਰਜ ਦੇ ਸੁੱਕ ਚਾਵੇ, ਥੱਲੇ ਨੂੰ ਨਜ਼ਰ ਮਾਰੀ, ਕਹਿੰਦਾ ਕੋਈ ਨਹੀਂ ਦੀਦਾ ਜਿਹੜਾ ਮੇਰੀ ਬਰਾਬਰ ਆਵੇ। ਤੇ ਉਸੇ ਪੁਰਿੰਦੇ ਦੀ ਨਜ਼ਰ ਜਦੋਂ ਉੱਪਰ ਨੂੰ ਉੱਠੀ, ਕਹਿੰਦਾ ਕਮਾਲ ਦੀ ਗੱਲ ਹੈ, ਆਕਾਸ਼ ਤਾਂ ਜੇ ਕਿਤੇ ਨੇੜੇ ਤੇੜੇ ਵੀ ਨਹੀਂ ਗਾ, ਆਕਾਸ਼ ਬਹੁਤ ਦੂਰ ਹੈ, ਬਹੁਤ ਵੱਡਾ ਹੈ। ਕਹਿੰਦੇ ਜੀਵ ਜਿੰਨਾ ਚਿਰ ਇਹ ਨਜ਼ਰ ਥੱਲੇ ਰੱਖਦਾ ਹੈ ਤੇ ਉਸ ਨੂੰ ਤੱਕਦਾ ਵੀ ਮੇਰੇ ਤੋਂ ਪਿੱਛੇ ਬਹੁਤ, ਮੈਂ ਹੀ ਮੂਹਰਲੀ ਕਤਾਰ 'ਚ। ਜਦੋਂ ਕਿਤੇ ਪਲਕਾਂ ਉਠਾ ਕੇ ਵੇਖਦਾ ਨਿਰੰਕਾਰ ਅੱਗੇ ਤੋਂ ਅੱਗੇ ਆ, ਅੱਗੇ ਤੋਂ ਅੱਗੇ ਆ, ਔਰ ਉਦੋਂ ਇਹ ਮਨ ਅੰਦਰ ਸੰਕੋਚਦਾ ਆਪਣੇ ਆਪ ਨੂੰ, ਬਈ ਨਹੀਂ ਮੈਂ ਵੀ ਕਤਾਰ 'ਚ, ਮੈਂ ਵੀ ਰਸਤੇ 'ਚ ਹੀ ਹਾਂ, ਮੈਂ ਵੀ ਪਾਂਧੀ ਹਾਂ। ਫਿਰ ਹੰਕਾਰ ਨਹੀਂ ਕਰਦਾ, ਹੰਕਾਰ ਵਾਲੇ ਵਿਚਾਰ ਨਹੀਂ ਕਰਦਾ। ਫਿਰ ਇਹ ਸਮਝਦਾ ਹੈ ਸਾਰੇ ਪਾਂਧੀ ਨੇ, ਰਸਤੇ 'ਚ ਨੇ, ਕੋਈ ਮੂਹਰੇ ਆ, ਕੋਈ ਪਿੱਛੇ ਆ, ਕੋਈ ਬਹੁਤ ਅੱਗੇ ਆ, ਕੋਈ ਬਹੁਤ ਪਿੱਛੇ ਆ, ਤੇ ਜਿਹਨੂੰ ਮਿਲਣਾ ਹੈ ਉਹ ਬਹੁਤ ਅੱਗੇ ਆ, ਬਹੁਤ ਅੱਗੇ ਆ। ਭਾਈ ਗੁਰਦਾਸ ਸਾਹਿਬ ਤੀਸਰਾ ਪ੍ਰਮਾਣ ਦਿੰਦੇ, ਕਹਿੰਦੇ ਜਿਉ ਬ੍ਰਹਮੰਡ ਪਰ ਚੰਡ ਬਲੋਕਤ ਗੁਲਰ ਜੰਤੂ ਉਡੰਤ ਲਜਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਬ੍ਰਹਮੰਡ ਦਾ ਪਸਾਰਾ ਬੜਾ ਵੱਡਾ, ਤੇ ਇਹਦੇ ਅੰਦਰ ਗੁੱਲਰ ਦੇ ਫਲ ਦੇ ਵਿੱਚ ਰਹਿਣ ਵਾਲਾ ਇੱਕ ਛੋਟਾ ਜਿਹਾ ਜੀਵ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਉਹ ਜੀਵ ਦੇ ਜਿਹੜਾ ਗੁੱਲਰ ਦੇ ਫਲ ਦੇ ਅੰਦਰ ਏ, ਉਹਦੀ ਦੁਨੀਆ ਉਨੀ ਕੀ ਵਸਦੀ ਉਹਦੇ ਵਿੱਚ ਵਿੱਚ ਹੀ। ਉਹ ਕਹਿੰਦਾ ਵੀ ਬਹੁਤ ਲੰਬਾ ਚੌੜਾ ਮੈਂ ਗੇੜਾ ਲਾ ਲੈਣਾ ਇਹਦੇ ਵਿੱਚ, ਤੇ ਜੇ ਕਦੇ ਉਹ ਡਾਰੀ ਮਾਰੇ, ਕਹੇ ਵੀ ਮੈਂ ਤਾਂ ਬ੍ਰਹਮੰਡ ਮਾਪ ਦਿਆਂਗਾ, ਕਰ ਦਿਆਂਗਾ, ਹੁਣ ਉਹਦੀ ਮੂਰਖਤਾ ਹੀ ਆ ਨਾ। ਗੁੱਲਰ ਦਾ ਫਲ ਛੋਟਾ ਜਿਹਾ ਤੇ ਉਹਦੇ ਵਿੱਚ ਛੋਟਾ ਜਿਹਾ ਉਹ ਜੀਵ, ਤੇ ਐਡਾ ਵੱਡਾ ਬ੍ਰਹਮੰਡ, ਤੇ ਬਹੁਤ ਜਿੱਥੇ ਤਿੱਖੀਆਂ ਹਵਾਵਾਂ ਚੱਲਦੀਆਂ ਨੇ। ਫਿਰ ਕਹਿੰਦੇ ਇਹਨੂੰ ਦੇਖ ਕੇ ਸ਼ਰਮਸਾਰੀ ਹੁੰਦਾ ਆ, ਬਈ ਇਹ ਤਾਂ ਬਹੁਤ ਵੱਡਾ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਜੀਵ ਜਿੰਨਾ ਚਿਰ ਅਗਿਆਨਤਾ ਵਿੱਚ ਨਾ, ਉਨਾ ਚਿਰ ਆਪਦੇ ਆਪ ਨੂੰ ਵੱਡਾ ਕਹਾਉਂਦਾ ਹੈ। ਜਦੋਂ ਮੂਹਰੇ ਦੇਖਦਾ ਉਦੋਂ ਮਾਨ ਟੁੱਟ ਜਾਂਦਾ, ਹੰਕਾਰ ਟੁੱਟ ਜਾਂਦਾ। ਨਿਰੰਕਾਰ ਬਹੁਤ ਵੱਡਾ, ਉਹਦੀ ਵਿਚਾਰ ਬਹੁਤ ਵੱਡੀ, ਉਹਦਾ ਮਾਰਗ ਬਹੁਤ ਵੱਡਾ। ਭਾਈ ਗੁਰਦਾਸ ਸਾਹਿਬ ਕਹਿੰਦੇ ਦੇਖ ਕੇ ਉਡਾਰੀ ਮਾਰਦਿਆਂ ਹੋਇਆਂ ਲੱਜਾਵਾਨ ਹੋ ਜਾਂਦਾ, ਉਹ ਸ਼ਰਮਸਾਰ ਹੁੰਦਾ ਉਹ ਜੀਵ, ਕਿ ਇੰਨਾ ਚੱਕਰ ਨਹੀਂ ਲਾਇਆ ਜਾਣਾ। ਭਾਈ ਸਾਹਿਬ ਚੌਥਾ ਪ੍ਰਮਾਣ ਦਿੰਦੇ, ਤੂੰ ਕਰਤਾ ਹਮ ਕੀਏ ਤਿਹਾਰੇ ਜੀ। ਮਾਲਕ ਜੀ ਤੂੰ ਕਰਤਾ, ਕਰਨਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਮਹਾਰਾਜ ਤੂੰ ਕਰਤਾ ਆ, ਬਣਾਉਣ ਵਾਲਾ ਆ, ਸਭ ਕੁਝ ਤੂੰ ਬਣਾਇਆ। ਤੇ ਹਮ ਕੀਏ ਤਿਹਾਰੇ, ਭਾਈ ਗੁਰਦਾਸ ਸਾਹਿਬ ਕਹਿੰਦੇ ਅਸੀਂ ਜਿੰਨੇ ਜੀਵ ਆ ਨਾ, ਅਸੀਂ ਤੇਰੇ ਕੀਤੇ ਹੋਏ, ਤੇਰੇ ਬਣਾਏ ਹੋਏ ਆ। ਤੇ ਤੇਰੇ ਬਣਾਏ ਹੋਏ ਤੇਰਾ ਅੰਤ ਕਿਵੇਂ ਪਾ ਸਕਦੇ ਆ? ਜਿਵੇਂ ਪਿਤਾ ਕਾ ਜਨਮ ਕਿਹ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਪਰਮਾਤਮਾ ਦੇ ਹੁਕਮ ਵਿੱਚ ਸਭ ਬੱਝਾ, ਤੋ ਪੈ ਬੋਲਣ ਕਿਉਂ ਬਾਣੇ ਆਵੇ। ਫਿਰ ਮਹਾਰਾਜ ਜੋ ਤੂੰ ਹੁਕਮ ਦੇਣਾ ਹੈ ਸੰਸਾਰ ਨੂੰ, ਜੀਵਾਂ ਨੂੰ, ਸੰਸਾਰੀਆਂ ਨੂੰ, ਇਹ ਮੁੜ ਕੇ ਤੇਰੇ ਅੱਗੇ ਇਹਨਾਂ ਦਾ ਬੋਲਣਾ ਹੀ ਨਹੀਂ ਬਾਣ ਆਉਂਦਾ ਸਾਡਾ ਜੀਵਾਂ ਦਾ, ਕਿਉਂਕਿ ਤੂੰ ਬਹੁਤ ਵੱਡੀਆਂ ਗੱਲਾਂ ਕਰਨੀਆਂ, ਤੇ ਅਸੀਂ ਕਿਵੇਂ ਮੁੜ ਕੇ ਉੱਤਰ ਦੇ ਦਈਏ ਤੈਨੂੰ, ਜਵਾਬ ਕਿਵੇਂ ਦੇ ਦਈਏ? ਸਾਡਾ ਬੋਲਣਾ ਹੀ ਨਹੀਂ ਬਣ ਆਉਂਦਾ ਤੇਰੇ ਅੱਗੇ, ਹੁਕਮ ਨੂੰ ਮੰਨਣਾ, ਕਿਉਂਕਿ ਸਾਡੀ ਸਮਝ ਥੋੜ੍ਹੀ ਆ।
ਤੇਰੀ ਗੱਲ ਬਹੁਤ ਵੱਡੀ, ਕਈ ਵਾਰ ਸਾਡੀ ਸਮਝ ਵਿੱਚ ਨਹੀਂ ਆਉਂਦੀ, ਤੇ ਮਨੁੱਖ ਦੀ ਬਹੁਤਾਤ ਅੰਦਰ ਫਿਦਰਤ ਇਹ ਜਿਹੜੀ ਇਹਦੀ ਸਮਝ ਤੋਂ ਬਾਹਰ ਹੋ ਜਾਵੇ ਨਾ, ਉਹ ਕਹਿੰਦਾ ਇਹ ਤਾਂ ਹੈ ਹੀ ਨਹੀਂ। ਨਹੀਂ, ਤੇਰੀ ਸਮਝ ਛੋਟੀ ਹੈ, ਤੇਰੀ ਸਮਝ ਤੋਂ ਅੱਗੇ ਦੀ ਗੱਲ ਆ, ਤੇਰੀ ਸਮਝ ਉੱਥੇ ਨਹੀਂ ਪਹੁੰਚੀ। ਜਿਹਨੂੰ ਸਮਝ ਆਉਣ ਲੱਗ ਜਾਂਦੀ ਨਾ ਗਿਆਨ ਦੀ, ਬਾਣੀ ਦੀ, ਗੁਰੂ ਦੀ, ਗੁਰੂ ਮਾਰਗ ਦੀ, ਧਰਮ ਦੀ, ਕਰਮ ਦੀ, ਉਹ ਸਮਝ ਕੇ ਇਹ ਗੱਲ ਸਮਝਦਾ ਹੈ ਕਿ ਮੇਰਾ ਕੁਝ ਵੀ ਨਹੀਂ ਹੈ। ਉਹਨੂੰ ਇਹ ਸਮਝ ਇਹ ਆਈ ਕਿ ਕੁਛ ਵੀ ਨਹੀਂ ਹੈ ਮੇਰਾ। ਜਿਹੜਾ ਅਜੇ ਮੇਰਾ ਮੇਰਾ ਕਰਦਾ ਹੈ ਨਾ, ਇਹ ਸਮਝਣਾ ਵੀ ਉਹਨੂੰ ਸਮਝ ਹੀ ਨਹੀਂ ਆਈ, ਉਹਨੂੰ ਗੁਰਮਤਿ ਦੀ, ਗਿਆਨ ਦੀ, ਧਰਮ ਦੀ, ਮਾਲਕ ਦੇ ਮਾਰਗ ਦੀ ਸਮਝ ਹੀ ਨਹੀਂ ਆਈ ਉਹਨੂੰ। ਜਿਹਨੂੰ ਸਮਝ ਆ ਗਈ ਉਹਨੂੰ ਪਤਾ ਲੱਗ ਗਿਆ ਮੇਰਾ ਕੁਝ ਨਹੀਂ ਹੈ, ਕੁਛ ਵੀ ਨਹੀਂ ਹੈ। ਤਾਂ ਹੀ ਮਹਾਰਾਜ ਕਬੀਰ ਸਾਹਿਬ ਜੀ ਨੇ ਉਸ ਅਵਸਥਾ 'ਚ ਜਾ ਕੇ ਬੋਲ ਕੇ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਜਦੋਂ ਸਮਝ ਪੈ ਗਈ ਨਾ ਮਾਲਕ ਦੀ ਕਿ ਅੱਖਾਂ ਵੀ ਮੇਰੀਆਂ ਨਹੀਂ, ਲੱਤਾਂ ਵੀ ਮੇਰੀਆਂ ਨਹੀਂ, ਬੋਲ ਵੀ ਮੇਰੇ ਨਹੀਂ, ਤੇ ਹੋਠ ਵੀ ਮੇਰੇ ਨਹੀਂ, ਜ਼ਬਾਨ ਵੀ ਮੇਰੀ ਨਹੀਂ, ਧਿਆਨ ਵੀ ਮੇਰਾ ਨਹੀਂ, ਕੰਨ ਵੀ ਮੇਰੇ ਨਹੀਂ, ਸਰੋਤ ਵੀ ਮੇਰੀ ਨਹੀਂ, ਦਿਮਾਗ ਵੀ ਮੇਰਾ ਨਹੀਂ, ਸੋਚ ਵੀ ਮੇਰੀ ਨਹੀਂ, ਸਰੀਰ ਵੀ ਮੇਰਾ ਨਹੀਂ, ਆਤਮਾ ਵੀ ਮੇਰਾ ਨਹੀਂ। ਇਹ ਵੀ ਕਿੱਦਿਓਂ ਆਇਆ ਹੈ? ਤੇ ਜੋ ਮੈਂ ਪਹਿਨ ਰਿਹਾ ਇਹ ਵੀ ਮੇਰਾ ਨਹੀਂ, ਜੋ ਮੈਂ ਖਾ ਰਿਹਾ ਹੈ ਇਹ ਵੀ ਮੇਰਾ ਨਹੀਂ, ਤੇ ਜਿਹੜੇ ਪਰਿਵਾਰ ਦੇ ਵਿੱਚ ਮੈਂ ਰਹਿ ਰਿਹਾ ਹੈ ਇਹ ਵੀ ਸੰਜੋਗ ਕਰਕੇ ਮਿਲਿਆ ਹੈ। ਪੁਰਬ ਜਨਮ ਕੇ ਮਿਲੇ ਸੰਜੋਗੀ, ਇਹ ਵੀ ਉਹਦੀ ਕਿਰਪਾ ਨਾਲ ਮਿਲਿਆ, ਉਹਦੀ ਰਹਿਮਤ ਨਾਲ ਮਿਲਿਆ। ਜਿਹੜੇ ਘਰ ਘਾਟ ਵਿੱਚ ਰਹਿ ਰਿਹਾ ਹੈ ਇਹ ਵੀ ਉਸੇ ਦੀ ਦਾਤ ਹੈ। ਥਾਂ ਜਗ੍ਹਾ ਉਹਨੇ ਦਿੱਤੀ ਹੈ, ਮਾਂ ਬਾਪ ਉਹਨੇ ਦਿੱਤੇ, ਧੀਆਂ ਪੁੱਤਰ ਉਹਨੇ ਦਿੱਤੇ। ਜਿਹਨੂੰ ਸਮਝ ਪੈ ਗਈ ਤਾਂ ਫਿਰ ਮਹਾਰਾਜ ਨੇ ਇਹ ਬਚਨ ਕਹਿ ਦਿੱਤੇ, ਮੇਰਾ ਮੁਝ ਮੈਂ ਕਿਛ ਨਹੀਂ। ਮੇਰੇ ਕੋਲ ਮੇਰਾ ਤਾਂ ਹੈ ਹੀ ਕੁਝ ਨਹੀਂ ਹੈ। ਪੇਟ ਮੈਂ ਕੀ ਕਰਾਂ, ਤੇਰੇ ਅੱਗੇ ਕੀ ਰੱਖਾਂ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੋ ਦਿਸ ਰਿਹਾ ਹੈ, ਜੋ ਅੰਨ ਦਿਸ ਰਿਹਾ ਹੈ, ਸਭ ਕੁਝ ਤੇਰਾ ਹੈ। ਤੇ ਤੇਰੀਆਂ ਦਾਤਾਂ ਵਿੱਚੋਂ ਤੈਨੂੰ ਜੇ ਮੈਂ ਕੁਝ ਦਿਆਂ ਤੇ ਉਹਦੇ ਮੰਗਰ ਮੈਂ ਹਉਮੈ ਕਰਾਂ। ਜਿਹਦੇ ਘਰੋਂ ਆਟਾ ਆਇਆ ਹੋਵੇ, ਦਾਲ ਆਈ ਹੋਵੇ, ਤਵਾ ਪਰਾਤ ਆਇਆ ਹੋਵੇ, ਲੱਕੜ ਬਾਲਣ ਆਇਆ ਹੋਵੇ, ਜਿਹਨੇ ਚੁੱਲ੍ਹਾ ਬਣਾ ਕੇ ਦਿੱਤਾ ਹੋਵੇ, ਜਿਹਨੇ ਰਸੋਈ ਬਣਾ ਕੇ ਦਿੱਤੀ ਹੋਵੇ, ਜਿਹਨੇ ਉਹ ਰਸੋਈ ਬਣਾਉਣ ਲਈ, ਘਰ ਬਣਾਉਣ ਲਈ ਜਗ੍ਹਾ ਲੈ ਕੇ ਦਿੱਤੀ ਹੋਵੇ, ਤੇ ਉਹਨੂੰ ਹੀ ਪਰੋਸ ਕੇ ਆਪਾਂ ਕਹੀਏ ਅੱਜ ਮੈਂ ਤੈਨੂੰ ਰੋਟੀ ਖਵਾਉਣਾ, ਮੈਂ ਤੇਰੇ ਲਈ ਆ ਰੋਟੀ ਬਣਾਈ, ਮੈਂ ਆ ਕੀਤਾ, ਮੈਂ ਕਰਕੇ ਦੇਣਾ ਤੈਨੂੰ, ਮੈਂ ਤੇਰੇ ਲਈ ਆ ਕੀਤਾ ਹੈ। ਤੇ ਉਹ ਕਹੇਗਾ ਨਾ ਕਮਾਲ ਦੀ ਗੱਲ ਏ, ਇਹਦੀ ਮੂਰਖਤਾ ਦੀ ਵੀ ਕੋਈ ਹੱਦ ਏ। ਰਸੋਈ ਵਿੱਚ ਵਸਤੂ ਮੇਰੀ, ਰਸੋਈ ਮੇਰੀ, ਘਰ ਮੇਰਾ, ਔਰ ਧਨ ਮੇਰਾ, ਤਨ ਮੇਰਾ, ਮਨ ਮੇਰਾ, ਹੱਥ ਪੈਰ ਮੇਰੇ, ਪਰਿਵਾਰ ਕਾਰੋਬਾਰ ਮੇਰਾ, ਸਭ ਕੁਝ ਦਿੱਤਾ ਹੈ। ਤੇ ਹਉਮੈ ਕਾਹਦੇ ਲਈ ਕਰਦਾ? ਸੁਣਾਉਣ ਮੈਨੂੰ ਹੀ ਲੱਗ ਪਿਆ। ਇਹੋ ਹਾਲਾਤ ਸਾਡੇ ਨੇ, ਆਪਣੇ ਨੇ। ਨਿਰੰਕਾਰ ਨੇ ਸਭ ਕੁਝ ਦਿੱਤਾ ਹੈ, ਤੇ ਉਹਦੀਆਂ ਦਾਤਾਂ ਦੇ ਵਿੱਚੋਂ ਹੀ ਜੇ ਕੁਝ ਉਹਦੇ ਘਰ ਲਈ, ਉਹਦੇ ਦਰ ਲਈ, ਉਹਦੇ ਪਰਿਵਾਰ ਲਈ, ਉਹਦਾ ਪਰਿਵਾਰ ਸਤ ਸੰਗਤ, ਉਹਦਾ ਪਰਿਵਾਰ ਸਿੱਖ ਜਗਤ ਲੋਕਾਈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਦੇਖੋ ਕਿੱਡਾ ਵੱਡਾ ਹੈ। ਅਸੀਂ ਤਾਂ ਸੀਮਤ ਹੈ ਨਾ, ਤੇ ਸਾਡੇ ਖਿਆਲਾਤ ਸੀਮਤ ਰਹਿ ਗਏ, ਉਦੋਂ ਅੱਗੇ ਵਧੇ ਨੇ, ਬਾਕੀ ਸਾਨੂੰ ਵੈਰੀ ਦਿਸੇ। ਮਹਾਰਾਜ ਕਹਿੰਦੇ ਜਿੰਨੇ ਸੇਵਕ ਨੇ, ਜਿੰਨੇ ਸਿੱਖ ਨੇ, ਸਾਰੇ ਸੁਖੀ ਵਸਣ। ਉਹ ਜਿਹਨੂੰ ਇਹ ਦਿਸ ਆਇਆ, ਜਿਹਦੇ ਦਿਵ ਨੇਤਰ ਪ੍ਰਕਾਸ਼ ਹੋਏ,
ਉਹ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਤੈਨੂੰ ਦੇਣਾ, ਉਹ ਕਹਿੰਦਾ ਸਭ ਕੁਝ ਤੇਰਾ ਹੀ ਹੈ, ਦਾਤਾਂ ਤੇਰੀਆਂ ਹੀ ਆ, ਤੇ ਆ ਜਿਹੜਾ ਮੈਂ ਪਰੂਸ ਕੇ ਉੱਠ ਕੇ ਤੇਰੇ ਮੂਹਰੇ ਰੱਖ ਰਿਹਾ ਤੇ ਬੋਲਾਂ ਦੇ ਨਾਲ ਤੇਰੀ ਆਓ ਭਗਤ, ਤੇਰਾ ਅਭਿਨੰਦਨ ਕਰ ਰਿਹਾ ਹੈ, ਇਹ ਬੋਲ ਵੀ ਤੇਰੇ ਆ। ਇਹ ਹਿੰਮਤ ਚੱਲਣ ਫਿਰਨ ਦੀ ਵੀ ਮੈਨੂੰ ਤੂੰ ਦਿੱਤੀ। ਅਗਰ ਤੂੰ ਨਾ ਚਾਹੇ, ਸਕਰੂ ਢਿੱਲਾ ਕਰਦੇ ਤੇ ਕਈ ਵਾਰ ਲੱਤਾਂ ਖਲੋ ਜਾਂਦੀਆਂ ਨੇ, ਤੇ ਕਈ ਵਾਰ ਚਬਾੜਾ ਵਿੰਗਾ ਜਿਹਾ ਹੋ ਜਾਂਦਾ ਤੇ ਹੱਥ ਖਲੋ ਜਾਂਦੇ ਨੇ। ਇਹ ਤੇਰਾ ਹੀ ਆ ਨਾ। ਇਹ ਸਾਰੇ ਸਮੁੱਚੇ ਮਜ਼ਬੂਨ ਨੂੰ ਤੱਕ ਕੇ ਮਹਾਰਾਜ ਸਾਹਿਬ ਨੇ ਬਚਨ ਕਹੇ ਸਨ। ਬੜੇ ਸੌਖੇ ਮੈਂ ਵੀ ਬੋਲਦੇ ਨੇ, ਤੁਸੀਂ ਵੀ ਬੋਲਦੇ ਆਂਗੇ। ਕਦੇ ਇਹਨੂੰ ਜੀਵਨ ਵਿੱਚ ਧਾਰਨ ਕੀਤਾ ਕਿ ਮਹਾਰਾਜ ਕਬੀਰ ਸਾਹਿਬ ਨੇ ਇਹ ਗੱਲ ਕਹੀ ਤੇ ਕੀ ਅਸੀਂ ਮੰਨਨੇ ਆ? ਨਹੀਂ, ਇਹ ਬਹੁਤਾਤ ਨਹੀਂ। ਕਿਤੇ ਗੁਰੂ ਕਿਰਪਾ ਕਰੇ ਇੱਕੇ ਵਾਰ ਨਹੀਂ ਹੋਣਾ, ਐਸਤਾ ਐਸਤਾ ਇਹਨੂੰ ਲਾਗੂ ਕਰੀਏ, ਸਮਝਣ ਲੱਗੀਏ, ਸਮਝਣ ਲੱਗੀਏ। ਪੁੱਤਰ ਪਰਮਾਤਮਾ ਦਾ, ਪਿਤਾ ਪਰਮਾਤਮਾ ਦੀ ਦਾਤ ਹੈ। ਪਿਤਾ ਵਿੱਚ ਪਰਮਾਤਮਾ ਨਜ਼ਰ ਆਵੇ, ਮਾਤਾ ਪਰਮਾਤਮਾ ਦੀ ਦੇਣ ਹੈ, ਪਰਿਵਾਰ ਪਰਮਾਤਮਾ ਦੀ ਦੇਣ ਹੈ। ਔਰ फिर असंग हो जाएगा, हौमे नहीं होवेगी। कबीर मेरा मुझ में किश नहीं, जो किश है सो तेरा, तेरा तुझको सौंपते क्या लागे मेरा। मेरा की ਇਹਦੇ 'ਚ सब कुछ तेरा, तेरा ही तेरे अगे रखिया है, मेरा कुछ नहीं। आप जपजी ਦਾ पाठ कर लईए, सुखमनी ਦਾ पाठ कर लईए, ਤੇ ਮਹਾਰਾਜ ਨੂੰ ਕਹਿੰਦੇ ਅੱਜ ਮੈਂ ਫਿਰ ਸੁਖਮਣੀ ਦਾ ਪਾਠ ਕੀਤਾ ਆ। ਤੇ ਬਾਣੀ ਕਿਹਦੀ ਆ? ਪਰਮਾਤਮਾ ਦੀ ਨਾ। ਤੇ ਅਰਪਿਤ ਕਿਹਨੂੰ ਕਰ ਰਹੇ? ਸੁਣਾ ਕਿਹਨੂੰ ਰਹੇ ਆ? ਦੱਸ ਕਿਹਨੂੰ ਰਹੇ ਆ? ਜਿਹਦੀ ਬਾਣੀ ਹੈ ਉਹ ਨਹੀਂ ਜਾਣਦਾ, ਜਿਹਦੇ ਸਨਮੁਖ ਪੜ੍ਹ ਰਹੇ ਉਹ ਨਹੀਂ